ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਸਿਰਲੇਖਾਂ ਵਿੱਚ ਘਰ ਪਹਿਲਾ, ਘਰ ਦੂਜਾ, ਘਰ ਤੀਜਾ ਸੁਭਾਏਮਾਨ ਹਨ। ਇਹ ਸਿਰਲੇਖ ਗੁਰੂ ਸਾਹਿਬ ਨੇ ਵਿਸ਼ੇਸ਼ ਉਚੇਚ ਦੇ ਨਾਲ ਦਰਜ ਕੀਤੇ ਹਨ। ਇਹਨਾਂ ਸਿਰਲੇਖਾਂ ਦਾ ਸੰਬੰਧ ਗੁਰਬਾਣੀ ਨੂੰ ਸਮਝਣ ਦੇ ਨਾਲ ਹੈ। ਇਹ ਸਮੁੱਚੀ ਗੁਰਬਾਣੀ ਨੂੰ ਇੱਕੋ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ ਹੈ। ਇਸ ਕਰਕੇ ਇਹ ਘਰ ਵੀ ਇੱਕੋ ਪ੍ਰਕਾਰ ਦੇ ਨਹੀਂ ਹਨ, ਵੱਖ-ਵੱਖ ਪ੍ਰਕਾਰ ਦੇ ਹਨ। ਜਿਸ ਸ਼ਬਦ ਦੇ ਉੱਪਰ ਘਰ ਦੂਜਾ ਸੁਭਾਏਮਾਨ ਹੋਏ, ਇਸ ਸ਼ਬਦ ਵਿੱਚੋਂ ਗੁਰੂ ਦਾ ਉਪਦੇਸ਼ ਸਮਝਣ ਦਾ ਢੰਗ ਕੀ ਹੈ। ਜੇਕਰ ਸ਼ਬਦ ਘਰ ਦੂਜੇ ਵਿੱਚ ਹੈ ਤਾਂ ਇਸ ਸ਼ਬਦ ਦਾ ਹਰ ਉਪਦੇਸ਼ ਦੋ ਘਰਾਂ ਦੇ ਮੇਲ ਦੇ ਨਾਲ ਸੰਪੂਰਨ ਹੋਏਗਾ। ਮਤਲਬ ਫਿਰ ਘਰ ਕੀ ਹੈ? ਇਹ ਦੋ ਘਰ ਕੀ ਨੇ? ਗੁਰਬਾਣੀ ਦਾ ਇੱਕ ਅਧਿਆਤਮਕ ਵਿਸ਼ਾ ਗੁਰਬਾਣੀ ਦਾ ਇੱਕ ਘਰ ਹੈ। ਇਸ ਦਾ ਮਤਲਬ ਕਿ ਦੋ ਕੋਈ ਇਹੋ ਜਿਹੇ ਵਿਸ਼ੇ ਜੁੜਨਗੇ ਤਾਂ ਇੱਕ ਬਾਤ ਸੰਪੂਰਨ ਹੋਏਗੀ। ਉਹ ਗੁਰਬਾਣੀ ਦਾ ਸੁਨੇਹਾ ਹੈ, ਉਹ ਗੁਰੂ ਦਾ ਉਪਦੇਸ਼ ਹੈ। ਅਸੀਂ ਇੱਕ ਉਦਾਹਰਨ ਲੈਂਦੇ ਹਾਂ। 349 ਅੰਕ ਤੇ ਸ਼ਬਦ ਹੈ। ਸ਼ਬਦ ਵਿੱਚ ਗੁਰੂ ਦੇ ਉਪਦੇਸ਼ ਜੋ ਨੇ ਉਹ ਦੋ ਘਰਾਂ ਦੇ ਮੇਲ ਦੇ ਨਾਲ ਸੰਪੂਰਨ ਹੋ ਰਹੇ ਨੇ। ਗੁਰੂ ਉਪਦੇਸ਼ ਦਾ ਪਹਿਲਾ ਘਰ ਹੈ, ਆਖਾ ਜੀਵਾ ਵਿਸਰੇ ਮਰ ਜਾਓ। ਹਾਲੇ ਉਪਦੇਸ਼ ਪੂਰਾ ਨਹੀਂ ਹੋਇਆ, ਗੁਰੂ ਸਾਹਿਬ ਦਾ ਸੁਨੇਹਾ ਪੂਰਾ ਨਹੀਂ ਹੋਇਆ। ਆਖਣ ਔਖਾ ਸਾਚਾ ਨਾਮ, ਇਹ ਜਦੋਂ ਦੋਨੇ ਰਲੇ ਨਾਲ ਤੇ ਹੁਣ ਉਪਦੇਸ਼ ਪੂਰਾ ਹੋਇਆ। ਆਖਾ ਜੀਵਾ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਮ। ਇਹ ਇੱਕ ਉਪਦੇਸ਼ ਪੂਰਾ ਹੋਇਆ। ਇਸੇ ਤਰ੍ਹਾਂ ਇੱਕ ਹੋਰ ਉਪਦੇਸ਼ ਹੈ ਘਰ ਦੂਜੇ ਦਾ, ਸਾਚੇ ਨਾਮ ਕੀ ਲਾਗੈ ਭੂਖ, ਤਿਤ ਭੂਖ ਹੈ ਖਾਏ ਚਲੀਏ ਹੈ ਦੁੱਖ। ਇਹ ਦੋਨੇ ਘਰ ਜੁੜਨਗੇ ਤਾਂ ਉਪਦੇਸ਼ ਪੂਰਾ ਹੋਏਗਾ। ਇਹ ਚੱਲਣ ਘਰ ਦੂਜੇ ਦੇ ਸ਼ਬਦਾਂ ਦਾ ਹੁੰਦਾ ਹੈ। ਜੇ ਇੱਕ ਤੁਕ ਵਿੱਚ ਇੱਕ ਘਰ ਹੋਏ ਤਾਂ ਫਿਰ ਦੂਸਰੀ ਤੁਕ ਇੱਕ ਹੋਰ ਘਰ ਵਾਲੀ ਨਾਲ ਰਲੇਗੀ। ਦੋ ਤੁਕਾਂ ਰਲਣਗੀਆਂ ਤਾਂ ਗੁਰੂ ਦਾ ਉਪਦੇਸ਼, ਗੁਰੂ ਦਾ ਸੁਨੇਹਾ ਪੂਰਾ ਹੋਏਗਾ। ਪਰ ਇਹੋ ਜਿਹੇ ਸ਼ਬਦ ਵੀ ਹੁੰਦੇ ਨੇ ਕਿ ਇੱਕੋ ਤੁਕ ਵਿੱਚ ਹੀ ਦੋ ਘਰ ਹੁੰਦੇ ਨੇ। 1185 ਅੰਕ ਤੇ ਇਹ ਸ਼ਬਦ ਹੈ, ਹੋਏ ਇਕੱਤਰ ਮਿਲ ਹੋ ਮੇਰੇ ਭਾਈ। ਹਲੇ ਤੁਕ ਪੂਰੀ ਨਹੀਂ ਹੋਈ ਪਰ ਘਰ ਪੂਰਾ ਹੋ ਗਿਆ ਹੈ। ਪਰ ਸੁਨੇਹਾ ਪੂਰਾ ਹੋਏਗਾ ਦੋ ਘਰਾਂ ਦੇ ਨਾਲ। ਦੂਸਰਾ ਘਰ ਕੀ ਹੈ? ਦੁਬਦਾ ਦੂਰ ਕਰ ਹੋ ਲਿਵ ਲਾਏ। ਇਸੇ ਤਰ੍ਹਾਂ ਤੋਂ ਦੂਸਰੀ ਤੁਕ ਹੈ ਇਸੇ ਪਦੇ ਦੀ, ਉਹਦੇ ਵਿੱਚ ਵੀ ਇੱਕੋ ਤੁਕ ਵਿੱਚ ਦੋ ਘਰ ਨੇ। ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸਹੋ ਸਫਾ ਵਿਛਾਏ। ਘਰ ਦੂਜੇ ਦੇ ਉਪਦੇਸ਼, ਘਰ ਦੂਜੇ ਦੇ ਸੁਨੇਹੇ ਹਰ ਤੁਕ ਵਿੱਚ ਪੂਰੇ ਹੋਈ ਜਾਂਦੇ ਨੇ, ਕਿਉਂਕਿ ਹਰ ਤੁਕ ਵਿੱਚ ਦੋ ਘਰ ਨੇ। ਕਈ ਵਾਰੀ ਪਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਤਿੱਤੁਕੇ ਪਦਾ ਹੈ। ਹੁਣ ਤਿੱਤੁਕੇ ਪਦਾ ਵਿੱਚ ਸਾਨੂੰ ਪਤਾ ਹੈ ਕਿ ਦੋ ਘਰ ਜੁੜ ਕੇ ਉਪਦੇਸ਼ ਪੂਰਾ ਹੋਣਾ ਹੈ, ਕਿਉਂਕਿ ਘਰ ਦੂਜੇ ਦਾ ਸ਼ਬਦ ਹੈ। ਜੈਤ ਸ੍ਰੀ ਮਹੱਲਾ ਚੌਥਾ, ਘਰ ਦੂਜਾ। ਹੁਣ ਘਰ ਦੂਜੇ ਦਾ ਸ਼ਬਦ ਹੈ ਪਰ ਪਦਾ ਉਹਦਾ ਤਿੱਤੁਕੇ ਹੈ। ਤਾਂ ਇਹਦੇ ਵਿੱਚ ਕਿਸ ਤਰ੍ਹਾਂ ਹੋਏਗਾ ਕਿ ਦੋ ਤੁਕਾਂ ਤੇ ਹੋਣਗੀਆਂ ਇੱਕ ਇੱਕ ਘਰ ਵਾਲੀਆਂ, ਤੇ ਇੱਕ ਤੀਸਰੀ ਤੁਕ ਜ਼ਰੂਰ ਹੋਏਗੀ ਜਿਹਦੇ ਚ ਦੋ ਘਰ ਹੋਣਗੇ, ਤੇ ਤਾਂ ਕਿ ਦੋ ਉਪਦੇਸ਼ ਹੋਣ। ਤਾਂ ਪਹਿਲਾ ਉਪਦੇਸ਼ ਦੋ ਤੁਕਾਂ ਵਾਲਾ ਤੇ ਦੂਸਰਾ ਉਪਦੇਸ਼ ਇੱਕੋ ਤੁਕ। ਆਪਾਂ ਦੇਖਦੇ ਹਾਂ ਇਹ ਕਿਸ ਤਰ੍ਹਾਂ ਦਾ ਪਦਾ ਹੈ। ਹਰ ਹਰ ਸਿਮਰਹੁ ਅਗਮ ਅਪਾਰਾ, ਜਿਸ ਸਿਮਰਤ ਦੁਖ ਮਿਟੈ ਹਮਾਰਾ। तो हर हर सिमरो अगम पारा, तुक दी समाप्ति दो डंडियां। जिस सिमरत दुख मिटै हमारा, तुक दी समाप्ति पर दोने तुकां दे नाल एक उपदेश पूरा होया। हुण तीसरी तुक रह गई तुके पदे दी, हर हर सतगुर पुरख मिलावहो, एक कर गुर मिले है सुख होई राम। तो ਇਹ ਦੂਸਰਾ ਕਰ। ਜਦੋਂ ਪਦਿਆਂ ਵਿੱਚ ਇੱਕ ਤੋਂ ਵੱਧ ਸੁਨੇਹੇ ਅਸੀਂ ਦੇਖ ਰਹੇ ਹੈਗੇ ਨੇ, ਇੱਕ ਤੋਂ ਵੱਧ ਗੁਰੂ ਸਾਹਿਬ ਦੇ ਉਪਦੇਸ਼ ਨੇ, ਤੇ ਇਹ ਉਪਦੇਸ਼ ਇੱਕ ਦੂਜੇ ਨਾਲ ਸੰਬੰਧਿਤ ਵੀ ਹੋ ਸਕਦੇ ਨੇ ਤੇ ਇੱਕ ਦੂਜੇ ਤੋਂ ਸੁਤੰਤਰ ਵੀ ਹੋ ਸਕਦੇ ਨੇ। ਪਰ ਘਰ ਦੂਜੇ ਦਾ ਹਰ ਉਪਦੇਸ਼, ਘਰ ਦੂਜੇ ਦਾ ਹਰ ਸੁਨੇਹਾ ਗੁਰਬਾਣੀ ਦਾ ਦੋ ਘਰਾਂ ਦੇ ਨਾਲ ਮਿਲੇਗਾ। 349 ਅੰਗ ਤੇ ਇੱਕ ਅਸੀਂ ਸੁਨੇਹਾ ਗੁਰੂ ਸਾਹਿਬ ਦਾ ਹੈ, ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੇ ਨਾ ਚੂਕੈ ਭੋਗ। ਹੁਣ ਅਗਲਾ ਸੁਨੇਹਾ ਇਹਦੇ ਨਾਲ ਸੰਬੰਧਿਤ ਹੈ। ਗੁਣ ਇਹੋ, ਗੁਣ ਕਿਹੜਾ? ਜਿਹੜਾ ਉੱਪਰ ਪਹਿਲੇ ਦੱਸਿਆ, ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੇ ਨਾ ਚੂਕੈ ਭੋਗ। ਇਹ ਗੁਣ ਹੈ, ਪਰ ਇਸ ਦਾ ਜ਼ਿਕਰ ਅਗਲੇ ਉਪਦੇਸ਼ 'ਚ ਹੈ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰ ਉਹ ਉਪਦੇਸ਼ ਵੀ ਦੋ ਘਰ ਰਲ ਕੇ ਪੂਰਾ ਹੋਏਗਾ। ਤਾਂ ਦੋ ਘਰਾਂ ਵਾਲਾ ਉਪਦੇਸ਼ ਦੂਜਾ ਪਹਿਲੇ ਦੋ ਘਰਾਂ ਵਾਲੇ ਉਪਦੇਸ਼ ਦੇ ਨਾਲ ਸੰਬੰਧਿਤ ਹੈ। ਜਦੋਂ ਅਸੀਂ ਹੋਰ ਕੋਈ ਸ਼ਬਦ ਦੇਖਦੇ ਹਾਂ ਜਿਵੇਂ 349 ਤੇ ਅਸੀਂ ਦੇਖਦੇ ਹਾਂ ਕਿ ਹੁਣ ਇਹ ਜੋ ਪਦਾ ਹੈ ਇਹ ਇੱਕ ਦੂਜੇ ਤੋਂ ਸੁਤੰਤਰ ਹੈ।
ਹੁਣ ਇਹਦੇ ਤੇ ਇੱਕ ਤਾਂ ਕਰਤਾਰ ਪਰਥਾਏ ਹੈ, ਜੇਵੜ ਆਪ ਤੇਵੜ ਤੇਰੀ ਦਾਤ, ਜਿੰਨੀ ਦਿਨ ਕਰ ਕਹਿ ਕੀਤੀ ਰਾਤ। ਹੁਣ ਇਹ ਜਿੰਨੀ ਜੋ ਹੈ, ਇਸ ਦਾ ਇਸ ਤਰ੍ਹਾਂ ਉਚਾਰਨ ਹੋਏਗਾ ਕਿ ਇਹ ਇੱਕ ਵਚਨ ਹੈ। ਜਿੰਨ ਤੋਂ ਜਿੰਨੀ ਦਾ ਫਰਕ ਹੈ, ਜਿੰਨੀ ਦਿਨ ਕਰਕੇ ਕੀਤੀ ਰਾਤ, ਉਸ ਕਰਤਾਰ ਨੇ, ਜਿੰਨੀ ਉਸਨੇ, ਤਾਂ ਉਹਨਾਂ ਨੇ ਨਹੀਂ, ਉਸਨੇ, ਤਾਂ ਉਸਨੇ ਤੇ ਉਹਨਾਂ ਨੇ ਦੇ ਫਰਕ ਲਈ ਜਿੰਨੀ ਬੋਲਣਾ ਹੋਏਗਾ। ਜੇਵੜ ਆਪ ਤੇਵੜ ਤੇਰੀ ਦਾਤ, ਜਿੰਨੀ ਦਿਨ ਕਰਕੇ ਕੀਤੀ ਰਾਤ। ਪਹਿਲਾ ਉਪਦੇਸ਼ ਕਰਤਾਰ ਪਰਥਾਏ ਹੈ, ਦੂਸਰਾ ਲੋਕਾਈ ਪਰਥਾਏ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਦੋ ਸੁਨੇਹੇ ਨੇ, ਇੱਕ ਦੂਸਰੇ ਤੋਂ ਸੁਤੰਤਰ ਨੇ। ਜਦੋਂ ਇਹ ਸੁਨੇਹੇ ਚੱਲ ਰਹੇ ਨੇ ਸਾਰੇ ਪਦਾਂ ਵਿੱਚ, ਹੁਣ ਸ਼ਬਦ ਹੈ ਘਰ ਦੂਜੇ ਦਾ, ਸ਼ਬਦ ਵਿੱਚ ਇੱਕ ਤੋਂ ਵੱਧ ਪਦੇ ਨੇ। ਜਦੋਂ ਸਾਰੇ ਪਦੇ ਘਰ ਦੂਜੇ ਅਨੁਸਾਰ ਚੱਲਦੇ ਨੇ, ਕਿਤੇ ਇੱਕ ਇਹੋ ਜਿਹਾ ਪਦ ਆ ਜਾਂਦਾ ਹੈ ਜਿਸ ਵਿੱਚ ਕੋਈ ਇਹੋ ਜਿਹਾ ਗੁਰੂ ਸਾਹਿਬ ਦਾ ਸੁਨੇਹਾ ਹੈ ਜਿਸ ਨੂੰ ਸਮਝਣ ਦਾ ਢੰਗ ਘਰ ਦੂਜੇ ਤੋਂ ਵੱਖਰਾ ਹੈ, ਘਰ ਦੂਜੇ ਤੋਂ ਭਿੰਨ ਹੈ, ਘਰ ਦੂਜੇ ਤੋਂ ਰਿਹਾ ਹੋਇਆ ਹੈ। ਇਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਇਹ ਰਹਾਉ ਦਾ ਪਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਘਰ ਦੂਜੇ ਦੇ ਸ਼ਬਦਾਂ ਦੇ ਅਧਿਐਨ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਜਦੋਂ ਰਹਾਉ ਦਾ ਪਦਾ ਹੁੰਦਾ ਹੈ ਤਾਂ ਉਹ ਘਰ ਦੂਜੇ ਤੋਂ ਤਾਂ ਰਿਹਾ ਹੋਇਆ ਹੁੰਦਾ ਹੈ, ਜਾਂ ਹੁੰਦਾ ਘਰ ਪਹਿਲੇ ਵਿੱਚ, ਜਾਂ ਹੁੰਦਾ ਘਰ ਤੀਜੇ ਵਿੱਚ, ਜਾਂ ਹੁੰਦਾ ਘਰ ਚੌਥੇ ਵਿੱਚ। ਅਸੀਂ ਕੋਈ ਇਹੋ ਜਿਹਾ ਸ਼ਬਦ ਦੇਖੀਏ ਜਿਹੜਾ ਸ਼ਬਦ ਤਾਂ ਹੋਏ ਘਰ ਦੂਜੇ ਵਿੱਚ, ਪਰ ਰਹਾਉ ਦਾ ਪਦਾ ਹੋਏ ਘਰ ਪਹਿਲੇ ਵਿੱਚ। 661 ਅੰਗ ਤੇ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਤਪੈ ਹਿਆਓ ਜਿਹੜਾ ਬਿਲ ਲਾਏ। ਕਿਉਂਕਿ ਸਿਮਰਿਆ ਨਹੀਂ ਜਾਏ ਇਸ ਕਰਕੇ ਬਿਲ ਲਾਏ। ਤੇ ਇਹ ਦੋ ਘਰ ਜੁੜੇ ਇੱਕ ਸੁਨੇਹਾ। ਸਿਰਜ ਸਵਾਰੇ ਸਾਚਾ ਸੋਏ, ਤਿਸ ਵਿਸਰੇ ਚੰਗਾ ਕਿਉਂ ਹੋਏ। ਤੋ ਸਾਚਾ ਸੋਏ ਤੇ ਤਿਸ ਤਿਸ ਉਸੇ ਸੋਏ ਬਾਰੇ ਹੈ। ਤੋ ਇਸ ਤਰ੍ਹਾਂ ਦੋ ਘਰ ਫਿਰ ਰਲੇ। ਤਾਂ ਇਹ ਇਹੋ ਜਿਹਾ ਸ਼ਬਦ ਹੈ ਦੋ ਦੋ ਘਰ ਮਿਲ ਕੇ ਸੁਨੇਹਾ ਸਾਨੂੰ ਗੁਰੂ ਸਾਹਿਬ ਉਪਦੇਸ਼ ਸਾਨੂੰ ਮਿਲ ਰਿਹਾ ਹੈ। ਪਰ ਇਸ ਦਾ ਜੋ ਰਹਾਉ ਦਾ ਪਦਾ ਹੈ, ਇਹ ਘਰ ਦੂਸਰੇ ਵਿੱਚ ਨਹੀਂ ਹੋ ਸਕਦਾ ਹੈ, ਇਹ ਘਰ ਪਹਿਲੇ ਵਿੱਚ ਹੈ। ਘਰ ਪਹਿਲੇ ਦਾ ਵਿਧਾਨ ਕੀ ਹੈ ਕਿ ਹਰ ਤੁਕ ਵਿੱਚੋਂ ਇੱਕ ਸੰਪੂਰਨ ਸੁਨੇਹਾ ਮਿਲ ਰਿਹਾ ਹੈ। ਪਹਿਲੀ ਤੁਕ ਪਹਿਲਾ ਸੁਨੇਹਾ, ਹਿਕਮਤ ਹੁਕਮ ਨਾ ਪਾਇਆ ਜਾਏ, ਹੈ ਇਸ ਬਾਤ ਪੂਰੀ ਹੋ ਗਈ ਹੈ ਘਰ ਪਹਿਲੇ ਦੇ ਹਿਸਾਬ ਨਾਲ। ਦੂਸਰੀ ਤੁਕ, ਕਿਉਂ ਕਰ ਸਾਚ ਮਿਲੋ ਮੇਰੀ ਮਾਏ। ਤੋ ਇਹ ਦੂਸਰਾ ਸੁਨੇਹਾ ਹੈ। ਕਿੱਥੇ ਇਹਨਾਂ ਦੋਨਾਂ ਨੂੰ ਉਸ ਤਰ੍ਹਾਂ ਨਾ ਜੋੜ ਦਈਏ, ਕੱਲਾ ਕੱਲਾ ਸਮਝਣਾ ਹੈ। ਘਰ ਪਹਿਲੇ ਵਾਂਗੂ ਘਰ ਦੂਜੇ ਦਾ ਇੱਕ ਇਹੋ ਜਿਹਾ ਸ਼ਬਦ ਦੇਖਦੇ ਹਾਂ ਜਿਹੜਾ ਕਿ ਘਰ ਤੀਜੇ ਵਿੱਚ ਹੋਏ, ਦੋਏ ਦੋਏ ਲੋਚਨ ਪੇਖਾ ਹਰ ਬਿਨ ਔਰ ਨਾ ਦੇਖਾ। ਤੋ ਇਹ ਚੱਲਣ ਹੈ ਘਰ ਦੂਜੇ ਦਾ, ਦੋ ਦੋ ਤੁਕਾਂ ਰਲੀਆਂ, ਇੱਕ ਇੱਕ ਸੁਨੇਹਾ ਪੂਰਾ ਹੋਇਆ। ਪਰ ਇਸ ਦਾ ਜੋ ਰਹਾਉ ਦਾ ਪਦਾ ਹੈ, ਹਮਰਾ ਭਰਮ ਗਿਆ। ਪਹਿਲਾ ਘਰ ਭਉ ਭਾਗਾ, ਕਿਉਂਕਿ ਹਮਰਾ ਭਰਮ ਗਿਆ ਤੇ ਹਮਰਾ ਭਉ ਭਾਗਾ। ਭਰਮ ਤੇ ਭਉ ਦੋ ਅਲੱਗ-ਅਲੱਗ ਘਰ ਨੇ, ਅਲੱਗ-ਅਲੱਗ ਬਾਤਾਂ ਨੇ। ਜਬ ਰਾਮ ਨਾਮ ਚਿਤ ਲਾਗਾ, ਤੀਜਾ ਘਰ, ਤਿੰਨ ਘਰ ਰਲ ਕੇ ਪਦੇ ਦੇ ਇੱਕ ਸੁਨੇਹਾ ਪੂਰਾ ਹੋਇਆ। ਤੋ ਇਸ ਦਾ ਚੱਲਣ ਘਰ ਦੂਜੇ ਤੋਂ ਵੱਖਰਾ ਹੋ ਗਿਆ ਹੈ। ਇੱਕ ਹੋਰ ਅਸੀਂ ਸ਼ਬਦ ਦੇਖਦੇ ਹਾਂ ਕਿ ਸ਼ਬਦ ਤਾਂ ਹੋਏ ਘਰ ਦੂਜੇ ਵਿੱਚ, ਪਰ ਰਹਾਉ ਦਾ ਪਦਾ ਹੋਏ ਘਰ ਚੌਥੇ ਵਿੱਚ। ਸੁਣ ਵੱਡਾ ਆਖੇ ਸਭ ਕੋਈ, ਕੇਵੜ ਵੱਡਾ ਡੀਠਾ ਹੋਈ। ਦੋ ਘਰ ਜੁੜੇ ਤਾਂ ਇੱਕ ਸੁਨੇਹਾ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਤੋ ਇਸ ਤਰ੍ਹਾਂ ਇਹ ਦੋ ਘਰ ਰਲੇ ਤੇ ਸੁਨੇਹਾ ਪੂਰਾ ਹੋਇਆ। ਤੇ ਪਰ ਰਹਾਉ ਦਾ ਪਦਾ, ਵੱਡੇ ਮੇਰੇ ਸਾਹਿਬਾ ਪਹਿਲਾ ਘਰ, ਗਹਿਰ ਗੰਭੀਰਾ ਦੂਜਾ ਘਰ, ਗੁਣੀ ਗਹੀਰਾ ਤੀਜਾ ਘਰ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਜੀਰਾ ਚੌਥਾ ਘਰ। ਇਹੋ ਜਿਹੇ ਪਦੇ ਜਿਨ੍ਹਾਂ ਵਿੱਚ ਕੋਈ ਇਹੋ ਜਿਹਾ ਸੁਨੇਹਾ ਹੈ ਜਿਸ ਨੂੰ ਸਮਝਣ ਦਾ ਢੰਗ ਘਰ ਦੂਜੇ ਤੋਂ ਰਿਹਾ ਹੋਇਆ ਹੈ। ਭਾਵ ਦੋ ਦੋ ਘਰ ਜੁੜ ਕੇ ਸੁਨੇਹਾ ਪੂਰਾ ਨਹੀਂ ਹੋ ਰਿਹਾ, ਕਿਸੇ ਹੋਰ ਤਰ੍ਹਾਂ ਸਮਝਣਾ ਹੈ, ਤਾਂ ਇਹ ਵਾਲੇ ਪਦਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਰਹਾਉ ਦਾ ਪਦਾ ਹੈ। ਇਹੋ ਜਿਹੇ ਵੀ ਸ਼ਬਦ ਹੁੰਦੇ ਨੇ ਘਰ ਦੂਜੇ ਦੇ ਜਿਹਦੇ ਵਿੱਚ ਰਹਾਉ ਦਾ ਪਦਾ ਹੁੰਦਾ ਹੀ ਨਹੀਂ। ਉਸ ਦਾ ਮਤਲਬ ਕੀ ਹੁੰਦਾ ਹੈ ਕਿ ਇਹਦਾ ਮਤਲਬ ਸ਼ਬਦ ਦੇ ਸਾਰੇ ਹੀ ਪਦ ਇਹੋ ਜਿਹੇ ਨੇ ਕਿ ਜਿਨ੍ਹਾਂ ਨੂੰ ਦੋ ਦੋ ਘਰਾਂ ਦੇ ਮੇਲ ਨਾਲ ਹੀ ਉਸ ਨੂੰ ਸਮਝਣਾ ਹੈ। ਜਿਵੇਂ 698 ਅੰਤੇ ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੇ ਹਮਾਰਾ। ਤੋ ਦੋ ਘਰ ਦੋ ਤੁਕੇ ਪਦਾ ਹੈ ਤੇ ਪਹਿਲੀ ਤੁਕ ਦੇ ਵਿੱਚ ਦੋ ਘਰ ਜੁੜੇ, ਸੁਨੇਹਾ ਪੂਰਾ ਹੋਇਆ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਤੋ ਇਸ ਦੇ ਚਾਰ ਪਦੇ ਨੇ, ਚਾਰਾਂ ਪਦਾਂ ਵਿੱਚ ਇਹ ਦੋ ਦੋ ਘਰਾਂ ਦੇ ਨਾਲ ਸੁਨੇਹਾ ਪੂਰਾ ਹੋ ਰਿਹਾ ਹੈ। ਇਸ ਕਰਕੇ ਸਾਰੇ ਪਦੇ ਹੀ ਘਰ ਦੂਜੇ ਅਨੁਸਾਰ ਸਮਝਣੇ ਨੇ। ਇਸ ਕਰਕੇ ਇਹੋ ਜਿਹੇ ਸ਼ਬਦਾਂ ਵਿੱਚ ਰਹਾਉ ਦਾ ਪਦਾ ਹੁੰਦਾ ਹੀ ਨਹੀਂ ਹੈ। ਜੋ ਦੂਸਰੀ ਅਹਿਮ ਬਾਤ ਘਰ ਦੂਜੇ ਦੇ ਸਿਰਲੇਖ ਤੋਂ ਪਤਾ ਲੱਗਦੀ ਹੈ ਕਿ ਘਰ ਦੂਜੇ ਸ਼ਬਦਾਂ ਵਿੱਚ ਵਿਸ਼ਰਾਮ ਕਿਵੇਂ ਦੇਣਾ ਹੈ।
ਵਿਸ਼ਰਾਮ ਦੀ ਜਿਹੜੀ ਬਾਤ ਹੈ, ਕਦੀ ਇਸ ਤਰ੍ਹਾਂ ਵਿਸ਼ਰਾਮ ਕੰਠ ਨਹੀਂ ਕੀਤੇ ਜਾ ਸਕਦੇ। ਸ਼ਬਦ ਆਪਾਂ ਸ਼ੁਰੂ ਕਰ ਲਈਏ ਤਾਂ ਕਹੀਏ ਵੀ ਇਸ ਤੋਂ ਕੋਈ ਇੱਥੇ ਵਿਸ਼ਰਾਮ ਦੇਣਾ ਹੈ, ਇਸ ਤੋਂ ਕੁਝ ਇਸ ਤਰ੍ਹਾਂ ਵਿਸ਼ਰਾਮ ਦੇਣਾ ਹੈ। ਇਸ ਤਰ੍ਹਾਂ ਨਹੀਂ ਵਿਸ਼ਰਾਮ ਕੰਠ ਕੀਤੇ ਜਾ ਸਕਦੇ। ਪਰ ਘਰ ਦੂਜੇ ਦੇ ਸਾਰੇ ਸ਼ਬਦਾਂ ਵਿੱਚ ਇੱਕੋ ਵਿਸ਼ਰਾਮ ਦਾ ਢੰਗ ਹੈ। ਉਹ ਇਹ ਹੈ ਕਿ ਪਹਿਲਾ ਘਰ ਸਮਾਪਤ ਹੋਇਆ ਅਰਧ ਵਿਰਾਮ, ਦੂਸਰਾ ਘਰ ਸਮਾਪਤ ਹੋਇਆ ਪੂਰਨ ਵਿਰਾਮ, ਅਰਧ ਵਿਰਾਮ ਪੂਰਨ ਵਿਰਾਮ, ਅਰਧ ਵਿਰਾਮ ਪੂਰਨ ਵਿਰਾਮ, ਇਉਂ ਇਹਦਾ ਚੱਲਣਾ ਹੈ। ਜੇ ਘਰ ਦੇ ਵਿੱਚ ਕੋਈ ਹੋਰ ਵਿਸ਼ਰਾਮ ਆ ਗਿਆ ਹੋਏਗਾ ਅਤੀ ਅਰਧ ਵਿਰਾਮ। ਤੀਸਰੀ ਜੋ ਅਹਿਮ ਬਾਤ ਘਰ ਦੂਜੇ ਦੇ ਵਿੱਚ ਸਿਰਲੇਖ ਤੋਂ ਪਤਾ ਲੱਗਦੀ ਹੈ ਕਿ ਉਚਾਰਨ ਦਾ ਲਹਿਜਾ ਕੀ ਹੈ। ਇੱਕ ਤਾਂ ਉਚਾਰਨ ਅਸੀਂ ਕੱਲੇ-ਕੱਲੇ ਸ਼ਬਦ ਦਾ ਕਰਦੇ ਹਾਂ, ਕੱਲੀ-ਕੱਲੀ ਮਾਤਰਾ ਦਾ ਕਰਦੇ ਹਾਂ, ਕੱਲੇ-ਕੱਲੇ ਅੱਖਰ ਦਾ ਕਰਦੇ ਹਾਂ। ਇੱਕ ਉਚਾਰਨ ਹੈ ਸਮੁੱਚੇ ਉਪਦੇਸ਼ ਦਾ ਉਚਾਰਨ, ਸਮੁੱਚੇ ਸੁਨੇਹੇ ਦਾ ਉਚਾਰਨ ਦਾ ਲਹਿਜਾ। ਉਹ ਲਹਿਜਾ ਸਾਨੂੰ ਘਰ ਦੂਜੇ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਦੋ ਘਰ ਮਿਲ ਕੇ ਗੁਰੂ ਸਾਹਿਬ ਦਾ ਸੁਨੇਹਾ ਸੰਪੂਰਨ ਹੋਣਾ ਹੈ, ਇਸ ਦਾ ਮਤਲਬ ਪਹਿਲਾ ਜਦੋਂ ਘਰ ਸਮਾਪਤ ਹੋਣਾ ਹੈ, ਸਾਡਾ ਉਚਾਰਨ ਦਾ ਲਹਿਜਾ ਇਸ ਤਰ੍ਹਾਂ ਹੋਏਗਾ ਕਿ ਹਾਲੇ ਬਲ ਚੱਲ ਰਹੀ ਹੈ, ਤੇ ਦੂਸਰੇ ਘਰ ਤੋਂ ਬਾਅਦ ਅਸੀਂ ਇਸ ਤਰ੍ਹਾਂ ਉਚਾਰਨ ਦਾ ਲਹਿਜਾ ਹੋਏਗਾ ਕਿ ਸਾਡੀ ਗੱਲ ਪੂਰੀ ਹੋ ਗਈ ਹੈ। ਜਿਵੇਂ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਾ, ਜਹ ਮਹਾ ਭਿਆਨ ਦੂਤ ਜਮ ਦਲੇ, ਤਹ ਕੇਵਲ ਨਾਮ ਸੰਗ ਤੇਰੇ ਚਲੇ, ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨੇਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। तो ਇਉਂ ਉਚਾਰਨ ਦਾ ਇਹਦਾ ਲਹਿਜਾ ਰਹਿੰਦਾ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੀਆਂ ਬਾਣੀਆਂ ਨੇ ਜਿਨ੍ਹਾਂ ਨੂੰ ਸਮਝਣ ਦਾ ਢੰਗ ਘਰ ਦੂਜੇ ਅਨੁਸਾਰ ਹੈ। ਇਹ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 8 ਬਾਣੀਆਂ ਨੇ ਜਿਨ੍ਹਾਂ ਨੂੰ ਅਸੀਂ ਘਰ ਦੂਜੇ ਅਨੁਸਾਰ ਸਮਝ ਸਕਦੇ ਹਾਂ। ਭਾਵ ਇਹਨਾਂ ਬਾਣੀਆਂ ਵਿੱਚ ਦੋ ਘਰਾਂ ਨੂੰ ਜੋੜ ਕੇ ਸੁਨੇਹਾ ਮਿਲਦਾ ਰਹੇਗਾ। ਇਹ ਬਾਣੀਆਂ ਹਨ ਕਰਹਲੇ, ਸੁਖਮਨੀ, 52 अखरी कबीर जी की, तित्ती कबीर जी की, वार कबीर जी के 7, महला पहला पट्टी लिखी, गाथा अते चौबोले। तो सारी जो विचार दा निचोड़ यह है कि घर दूजे दे शब्द विच गुरबाणी दा हर सुनेहा दो घरां दे मेल नाल ही संपूर्ण हुंदा है। घर दूजे दे शब्द दा एक सुनेहा इक्को तुक विच भी हो सकता है, ਜਾਂ ਘਰ ਦੂਜੇ ਦੇ ਸ਼ਬਦ ਦਾ ਇੱਕ ਸੁਨੇਹਾ ਵੱਧ ਤੋਂ ਵੱਧ 2 ਤੁਕਾਂ ਵਿੱਚ ਹੁੰਦਾ ਹੈ। ਇਹ ਸਾਰੀ ਸਮੁੱਚੀ ਵਿਚਾਰ ਦਾ ਜੇ ਵਿਸਥਾਰ ਜਾਣਨਾ ਹੋਏ ਤਾਂ ਇਹ ਜੋ ਕਿਤਾਬ ਹੈ ਗੁਰਬਾਣੀ ਦੀ ਵਿਲੱਖਣਤਾ ਇੱਥੋਂ ਪਤਾ ਲੱਗ ਸਕਦਾ ਹੈ। ਔਰ ਇੱਕ ਇਹ ਸਾਰੀ ਵੀਡੀਓ ਦੀ ਸੰਭਾਲ ਲਈ YouTube ਚੈਨਲ ਵੀ ਤਿਆਰ ਕੀਤਾ ਹੈ, ਉਸ ਦਾ ਨਾਮ ਹੈ ਘਰ ਇਨ ਗੁਰਬਾਣੀ। ਤੋਂ ਇੱਥੋਂ ਵੀ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਔਰ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਇੱਥੇ ਹੋ ਸਕਦਾ ਹੈ। ਤੋ ਘਰ ਦੂਜੇ ਦੇ ਸ਼ਬਦਾਂ ਅਤੇ ਘਰ ਦੂਜੇ ਦੀਆਂ ਬਾਣੀਆਂ ਨੂੰ ਸਮਝਣ ਦਾ ਇਹ ਢੰਗ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕਸਾਰਤਾ ਦੇ ਨਾਲ ਲਾਗੂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ